ਗੁੱਡ ਮਾਰਨਿੰਗ 6th ਕਲਾਸ ਸਟੂਡੈਂਟਸ। ਬੇਟਾ ਤੁਹਾਡੀ ਪਾਠ ਪੁਸਤਕ ਦੇ ਵਿੱਚ ਪਾਠ ਨੰਬਰ 11 ਦਾਤੇ ਇੱਕ ਕਹਾਣੀ ਦਿੱਤੀ ਹੋਈ ਹੈ ਜੋ ਕਿ ਸ਼੍ਰੀ ਕੁਲਵੰਤ ਸਿੰਘ ਵਿਰਕ ਦੀ ਲਿਖੀ ਹੋਈ ਹੈ। ਇਹ ਦਾਤੇ ਕਹਾਣੀ ਜਿਹੜੀ ਹੈ ਇਹ ਕਹਾਣੀ ਉਹਨਾਂ ਬੱਚਿਆਂ ਦੇ ਬਾਰੇ ਹੈ ਜਿਹੜੇ ਕਿ ਇੱਕ ਗਰੀਬ ਪਰਿਵਾਰ 'ਚ ਰਹਿੰਦੇ ਆ, ਜਾਂ ਇਹ ਕਹਿ ਸਕਦੇ ਹਾਂ ਕਿ ਇੱਕ ਪਰਿਵਾਰ ਦੀ ਗਰੀਬੀ ਬਾਰੇ ਦੱਸੀ ਹੋਈ ਹੈ ਕਿ ਉਸ ਪਰਿਵਾਰ ਦੇ ਵਿੱਚ ਇੰਨੀ ਗਰੀਬੀ ਹੈ, ਉਹ ਬੱਚੇ ਉਹਨੂੰ ਸਮਝ ਨਹੀਂ ਹੈ ਲੇਕਿਨ ਉਹ ਅਖੀਰ ਦੇ ਵਿੱਚ ਇੰਨੀ ਸਿਆਣਾ ਕੰਮ ਕਰਦੇ ਹੈਗੇ ਆ ਜਿਹਦੇ ਨਾਲ ਕੀ ਹੈ ਕਿ ਉਹ ਆਪਣੇ ਆਪ ਨੂੰ ਉਹਨਾਂ ਨੂੰ ਦਾਤੇ ਕਿਹਾ ਗਿਆ ਹੈ ਜਾਂ ਉਹਨਾਂ ਨੂੰ ਦਾਤੇ ਕਿਹਾ ਜਾ ਸਕਦਾ ਹੈ। ਬੇਟਾ ਦੇਖੋ ਮੈਂ ਕੁਝ ਹਾਈਲਾਈਟਸ ਕੀਤੇ ਆ, ਇਹ ਜਿਹੜੇ ਹਾਈਲਾਈਟ ਕੀਤੇ ਆ ਤੁਹਾਡੀ ਖਾਲੀ ਥਾਵਾਂ ਵੀ ਆ। ਕੀ ਹੈ ਕਿ ਉਸ ਘਰ ਦੇ ਵਿੱਚ ਕੋਈ ਚੀਜ਼ ਆਉਣੀ ਮੁਸ਼ਕਿਲ ਹੈਗੀ ਹੈ, ਯਾਨੀ ਕਿ ਘਰ 'ਚ ਪੈਸੇ ਨਹੀਂ ਹੈ ਅਤੇ ਇਸ ਘਰ ਦੀ ਜਿਹੜੀ ਮਾਂ ਦਾ ਨਾਮ ਹੈ ਗੀਤਾ। ਗੀਤਾ ਦੇ ਕੋਲ ਇੱਕ ਖੂਬਸੂਰਤ ਤੇਲ ਦੀ ਬੋਤਲ ਹੈ, ਇੱਕ ਬੜੀ ਸੋਹਣੀ ਤੇਲ ਦੀ ਬੋਤਲ ਹੈ ਜਿਹੜੀ ਕਹਿੰਦੇ ਖਾਲੀ ਹੋ ਗਈ ਸੀ। ਫਿਰ ਉਹਨੇ ਉਹ 'ਚ ਸਰੋਂ ਦਾ ਤੇਲ ਪਾ ਲਿਆ ਅਤੇ ਜਿਹੜੀ ਉਹਦੇ 'ਤੇ ਕਹਿੰਦੇ ਬਾਲਾਂ ਵਾਲੀ ਇਸਤਰੀ ਦੀ ਤਸਵੀਰ ਥਿੰਦਾ ਸ਼ਬਦ ਹੁੰਦਾ ਹੈ ਧੁੰਦਲਾ, ਠੀਕ ਹੈ, ਉਹ ਬਿਲਕੁਲ ਖ਼ਰਾਬ ਹੋ ਗਈ। ਅਤੇ ਕਹਿੰਦੇ ਬੱਚਿਆਂ ਦੇ ਪਿਤਾ ਦੇ ਕੋਲ ਕਈ ਸਾਲ ਪੁਰਾਣਾ ਗਰਮ ਸੂਟ ਸੀ, ਸਰਦੀਆਂ 'ਚ ਉਹ ਗਰਮੀਆਂ ਨੂੰ ਉਡੀਕਦੇ। ਕਿਉਂਕਿ ਗਰਮੀਆਂ 'ਚ ਕਿਉਂ ਉਡੀਕਦੇ ਸੀ? ਕਿਉਂਕਿ ਉਹਨਾਂ ਨੂੰ ਸਰਦੀਆਂ ਦੇ ਕੱਪੜੇ ਨਹੀਂ ਸੀ ਪਾਉਣੇ ਪੈਣੇ, ਉਹਨਾਂ ਕੋਲ ਇੰਨੇ ਕੱਪੜੇ ਹੈ ਹੀ ਨਹੀਂ ਸੀ, ਠੀਕ ਹੈ। ਪਰ ਜਦੋਂ ਗਰਮੀਆਂ ਆਉਂਦੀਆਂ ਤਾਂ ਉਹ ਸਰਦੀਆਂ ਨੂੰ ਉਡੀਕਦੇ ਕਿਉਂਕਿ ਉਹਨਾਂ ਕੋਲ ਗਰਮੀਆਂ ਲਈ ਉਹਨਾਂ ਦੇ ਕੋਲ ਕੋਈ ਹਵਾ ਲਈ ਕੋਈ ਚੀਜ਼ ਨਹੀਂ ਸੀ, ਠੰਡਾ ਕੁਝ ਖਾਣ ਪੀਣ ਲਈ ਕੋਈ ਚੀਜ਼ਾਂ ਨਹੀਂ ਸੀ। ਸੋ ਇਸ ਤਰ੍ਹਾਂ ਗਰੀਬੀ ਦੇ ਕਰਕੇ ਉਹ ਗਰਮੀਆਂ 'ਚ ਸਰਦੀਆਂ ਨੂੰ ਉਡੀਕਦੇ, ਸਰਦੀਆਂ ਨੂੰ ਗਰਮੀਆਂ 'ਚ ਉਡੀਕਦੇ। ਹੁਣ ਖਾਣ ਪੀਣ ਦਾ ਵੀ ਇਹੀ ਹਾਲ ਸੀ, ਸਵੇਰੇ ਦੁੱਧ ਲੈਂਦੇ ਅਤੇ ਉਹ ਬੱਚਾ ਕੋਈ ਵੀ ਨਹੀਂ ਪੀਂਦਾ, ਉਹ ਕਹਿੰਦਾ ਕਿ ਉਹ ਪੀ ਲਏਗਾ। ਦੇਖੋ ਕਿੰਨਾ ਪਿਆਰ ਹੈ ਆਪਸ ਦੇ ਵਿੱਚ, ਠੀਕ ਹੈ। ਅਤੇ ਸਾਰਾ ਦਿਨ ਕਹਿੰਦੇ ਬੱਚਾ ਦੁੱਧ ਪੀ ਲੈਂਦਾ, ਇੱਦਾਂ ਸਾਰਾ ਦਿਨ ਭੁਲੇਖਾ ਪਿਆ ਰਹਿੰਦਾ ਸਾਡੇ ਘਰ 'ਚ ਤਾਂ ਕਿੰਨਾ ਦੁੱਧ ਪਿਆ ਜਦੋਂ ਕਿਸੇ ਨੇ ਪੀਤਾ ਹੀ ਨਹੀਂ, ਠੀਕ ਹੈ। ਅਤੇ ਇੱਕ ਦਿਨ ਕੀ ਹੋਇਆ, ਚੂੜੀਆਂ ਵੇਚਣ ਵਾਲਾ ਆਇਆ, ਗੀਤਾ ਦੀਆਂ 3 ਕੁੜੀਆਂ ਹੈਗੀਆਂ ਉਹ ਉਹਦੇ ਕੋਲ ਬਹਿ ਗਈਆਂ। ਨਮੂਨੇ ਹੁੰਦੇ ਹੈਗੇ ਆ ਕਿ ਜਿਹਨੂੰ ਅਸੀਂ ਕਹਿ ਸਕਦੇ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਪ੍ਰਤੀਬਿੰਬ ਜਿਹੜੇ ਆ ਉਹਨਾਂ ਨੂੰ ਪਸੰਦ ਆਏ, ਕਈ ਚੀਜ਼ਾਂ ਪਸੰਦ ਆਈਆਂ ਅਤੇ ਜਿਹੜਾ ਕਿਸੇ ਨੂੰ ਚੰਗਾ ਲੱਗਦਾ ਉਹ ਦੂਜਾ ਮੰਗ ਲੈਂਦੀ। ਇੱਕ ਨੇ ਨਾ ਪਸੰਦ ਵੀ ਕਰਵਾ ਲਿਆ। ਫਿਰ ਹੁਣ ਗੀਤਾ ਨੂੰ ਵੀ ਚੂੜੀਆਂ ਪਸੰਦ ਆ ਗਈਆਂ, ਪਰ ਗੀਤਾ ਨੇ ਕਿਉਂ ਨਹੀਂ ਲਈਆਂ? ਇਹ ਤੁਹਾਡੇ ਅਗਲੇ ਕੁਐਸਚਨ ਦਾ ਆਨਸਰ ਹੈ ਕਿ ਜਦੋਂ ਹਿਸਾਬ ਕੀਤਾ ਤਾਂ ਤਿੰਨੋਂ ਕੁੜੀਆਂ ਦੀਆਂ ਚੂੜੀਆਂ ਦੇ 1 ਰੁਪਇਆ 65 ਪੈਸੇ ਬਣ ਗਏ। ਮਤਲਬ ਦੇਖ ਲਓ ਕਿੰਨੀ ਗਰੀਬੀ, 1 ਰੁਪਈਆ 65 ਪੈਸੇ ਵੀ 1 ਰੁਪਈਆ 65 ਪੈਸੇ ਵੀ ਉਹਨਾਂ ਦੇ ਕੋਲ ਨਹੀਂ ਸੀ, ਠੀਕ ਹੈ। ਗੀਤਾ ਨੂੰ ਆਪ ਚੂੜੀਆਂ ਚੜਾਉਣ ਦਾ ਹੌਸਲਾ ਨਹੀਂ ਪਿਆ। ਬੱਚੇ ਜ਼ਿਆਦਾ ਸੀ, ਉਹਨਾਂ ਦੇ ਘਰ ਦੀ ਹਾਲਤ ਮੰਦੀ ਹੋ ਗਈ। ਤੁਹਾਡੇ ਪਹਿਲੇ ਕੁਐਸਚਨ ਦਾ ਆਨਸਰ ਉੱਤਰ ਵੀ ਹੈ ਕਿ ਗੀਤਾ ਦੇ ਘਰ ਦੀ ਹਾਲਤ ਮੰਦੀ ਕਿਉਂ ਸੀ? ਕਿਉਂਕਿ ਉਹਨਾਂ ਦੇ ਘਰ ਬੱਚੇ ਜ਼ਿਆਦਾ ਸੀ, 5 ਬੱਚੇ ਸੀ, ਠੀਕ ਹੈ। ਪਰ ਉਹਨਾਂ ਨੂੰ ਆਪਸ ਵਿੱਚ ਇਹਦਾ ਨਹੀਂ ਸੀ ਪਤਾ ਵੀ ਕੀ ਹੁੰਦੀ ਗਰੀਬੀ। ਉਹ ਕੀ ਕਰਦੇ ਆ, ਹਰ ਸ਼ੈ ਤੋਂ ਬੇਖਬਰ, ਹਰ ਚੀਜ਼ ਤੋਂ ਬੇਖਬਰ ਉਹ ਇੱਦਾਂ ਖੇਡਦੇ ਜਿੱਦਾਂ ਕਿਤੇ ਜ਼ਮੀਨ ਉਹਨਾਂ ਦੇ ਖੇਡਣ ਲਈ ਬਣੀ ਹੋਵੇ ਅਤੇ ਸੂਰਜ 'ਚ ਉਹਨਾਂ ਨੂੰ ਖਿਡਾਉਣ ਲਈ ਚੜ੍ਹਿਆ ਹੋਵੇ। ਕਹਿਣ ਦਾ ਮਤਲਬ ਕਿ ਦਿਨ ਚੜ੍ਹਦਾ ਉਹ ਖੇਡਣ ਲੱਗ ਜਾਂਦੇ, ਆਪਣੇ ਆਪ 'ਚ ਮਸਤ ਰਹਿੰਦੇ। ਗਰੀਬੀ ਦਾ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਸੀ ਵੀ ਸਾਡੇ ਘਰ 'ਚ ਗਰੀਬੀ ਵੀ ਹੈ, ਸਾਡੇ ਕੋਲ ਪੈਸੇ ਨਹੀਂ ਹੈ। ਅਤੇ ਕਹਿੰਦੇ ਇਸ ਘਰ ਵਿੱਚ ਉਹਨਾਂ ਦੀ ਵੱਖਰੀ ਹੀ ਦੁਨੀਆ ਸੀ। ਦੇਖੋ ਮੈਂ ਹਾਈਲਾਈਟ ਕੀਤਾ, ਇਹ ਤੁਹਾਡੀ ਖਾਲੀ ਥਾਂ ਵੀ ਹੈ। ਇਸ ਘਰ ਵਿੱਚ ਉਹਨਾਂ ਦੀ ਵੱਖਰੀ ਹੀ ਦੁਨੀਆ ਸੀ। ਕਦੀ ਕਦੀ ਬੈਠੇ ਨਾਟਕ ਕਰਨ ਲੱਗ ਜਾਂਦੇ। ਕਿਹੜੇ ਨਾਟਕ ਕਰਦੇ ਸੀ? ਕੋਈ ਨਰਸ ਬਣਦਾ, ਕੋਈ ਡਾਕਟਰ ਬਣਦਾ, ਕੋਈ ਬਿਮਾਰ, ਅਤੇ ਕਦੀ ਇੱਕ ਕੁੜੀ ਦੂਜੇ ਦੀ ਗੁਆਂਢਣ ਬਣ ਜਾਂਦੀ। ਫਿਰ ਬੱਚਿਆਂ ਦੀਆਂ ਬਹੁਤ ਸਾਰੀਆਂ ਗੱਲਾਂ ਕਰਦੀ ਜਿੱਦਾਂ ਜਨਾਨੀਆਂ ਗੱਲਾਂ ਕਰਦੀਆਂ। ਬੇਟਾ ਅਗਲੇ ਪੇਜ 'ਤੇ ਚੱਲਦੇ ਹਾਂ। ਅਗਲੇ ਪੇਜ 'ਤੇ ਨਵੀਆਂ ਖੇਡਾਂ ਸਿੱਖ ਕੇ ਆਉਂਦੇ, ਸਮਝ ਨਹੀਂ ਆਉਂਦੀ ਹੈ। ਅਤੇ ਜਿਹੜਾ ਘਰ ਦਾ ਛੋਟਾ ਮੁੰਡਾ ਸੀਗਾ ਉਹ ਉਹਨਾਂ ਨੂੰ ਦੇਖ ਕੇ ਕਿਲਕਾਰੀਆਂ ਮਾਰਦਾ ਵੀ ਰੋਂਦਾ ਸੀ, ਮੈਨੂੰ ਵੀ ਕਿਉਂ ਨਹੀਂ ਹੈ। ਜੇ ਹੱਸਦਾ ਸੀ ਤਾਂ ਉਹ ਹੱਸਦਾ ਸੀ, ਉਹ ਕਈ ਵਾਰੀ ਤਾਂ ਕੁੜੀਆਂ ਦੀਆਂ ਭੈਣਾਂ ਦੀਆਂ ਰੰਗਦਾਰ ਚੱਪਲਾਂ ਦੇਖ ਕੇ ਹੱਸਣ ਲੱਗ ਜਾਂਦਾ ਸੀ। ਅਤੇ ਇੱਕ ਦਿਨ ਕੀ ਹੋਇਆ, ਗੀਤਾ ਬਾਜ਼ਾਰ ਗਈ ਸੀ, ਘਰ 'ਚ ਬੱਚੇ ਖੇਡ ਰਹੇ ਸੀ, ਹਾਸੇ ਠੱਠਿਆਂ ਦੀਆਂ ਆਵਾਜ਼ਾਂ ਆਉਂਦੀਆਂ ਅਤੇ ਵੱਡੀ ਕੁੜੀ ਮਾਂ ਬਣੀ ਹੋਈ ਸੀ। ਬਾਕੀ ਸਾਰੇ ਹੱਸ ਰਹੇ ਸੀ। ਕਿਸੇ ਨੇ ਸਲਾਹ ਦਿੱਤੀ ਕਿ ਤੂੰ ਮੰਮੀ ਦੀ ਕਮੀਜ਼ ਪਾ ਲਾ। ਕਮੀਜ਼ ਕੱਕਾ ਮੰਮੇ ਨੂੰ ਵਿਹਾਰੀ ਜੱਜੇ ਦੇ ਪੈਰ 'ਚ ਬਿੰਦੀ, ਕਮੀਜ਼ ਨਹੀਂ ਕਹਿਣਾ ਕਮੀਜ਼ ਪਾ ਲੈ। ਸਾਰਿਆਂ ਨੇ ਕਿਹਾ ਹਾਂ। ਵੱਡੀ ਕੁੜੀ ਗਈ, ਉਹਨੇ ਫਟਾਫਟ ਮੈਲੇ ਕੱਪੜਿਆਂ ਵਿੱਚੋਂ ਕਮੀਜ਼ ਪਾ ਕੇ ਉਹਨੇ ਪਾ ਲਈ ਟਰੰਕ ਖੋਲ੍ਹ ਕੇ, ਅਤੇ ਉਹਦੇ ਵਿੱਚੋਂ ਕੁਝ ਖੜਕਿਆ। ਉਹ ਕਹਿੰਦੀ ਆ ਗਈ ਹੈ। ਉਹਨੇ ਨਾ ਫਟਾਫਟ ਕਿਹਾ ਉਹਦੇ ਵਿੱਚ ਕੀ ਸੀਗੀਆਂ? ਚਾਬੀਆਂ ਹੈ। ਅਤੇ ਚਾਬੀਆਂ ਦੇ ਨਾਲ ਮੰਮੀ ਦਾ ਉਹਨਾਂ ਨੇ ਟਰੰਕ ਖੋਲ੍ਹਿਆ। ਗਲਤ ਗੱਲ ਸੀ ਪਰ ਬੱਚੇ ਸੀ, ਉਹਨਾਂ ਨੂੰ ਨਹੀਂ ਪਤਾ। ਜਦੋਂ ਉਹਨਾਂ ਨੇ ਟਰੰਕ ਖੋਲ੍ਹਿਆ, ਟਰੰਕ ਦੇ ਵਿੱਚ ਕੀ ਸੀ? ਪੈਸੇ, ਬੈਟਰੀ, ਵੱਡੀ ਕੁੜੀ ਦਾ ਛੋਟੇ ਹੁੰਦੀਆਂ ਮੋਤੀਆਂ ਵਾਲੀ ਫਰਾਕ। ਉਹ ਉਹਨਾਂ ਖੇਡਣ ਲੱਗ ਗਏ, ਉਹਨਾਂ ਨੂੰ ਖੇਲ ਭੁੱਲ ਗਈ ਅਤੇ ਜਿੰਦਰੇ 'ਚ ਚਾਬੀ ਗਈ, ਖੁੱਲ੍ਹ ਗਿਆ। ਵੱਡੀ ਕੁੜੀ ਨੇ ਦੇਖਿਆ, ਇੱਧਰ ਉੱਧਰ ਹੱਥ ਮਾਰਿਆ, ਉਹਦੇ ਵਿੱਚ ਕੀ ਲੱਭਾ ਉਹਨਾਂ ਨੂੰ? 10 ਦਾ ਨੋਟ, 10 ਰੁਪਈਏ ਲੱਭ ਗਏ।
ਜਿੱਥੇ 1 ਰੁਪਇਆ 65 ਪੈਸੇ ਨਹੀਂ ਸੀ, ਉਹਨਾਂ ਨੂੰ ਮੰਮੀ ਨੇ ਕਿਤੇ ਆਪਣੇ ਔਖੇ ਵੇਲੇ ਲਈ ਬਚਾ ਕੇ ਰੱਖੇ ਸੀ। ਉਹ ਕਹਿੰਦੇ ਚਲੋ ਬਾਜ਼ਾਰ ਚਲੀਏ, 10 ਦਾ ਨੋਟ ਕਰਕੇ ਸਾਰਾ ਸ਼ਹਿਰ ਉਹਨਾਂ ਨੂੰ ਆਪਣੀ ਮੁੱਠੀ 'ਚ ਮਤਲਬ ਜਾਪਦਾ ਸੀ। ਉਹਨਾਂ ਨੂੰ ਲੱਗਦਾ ਸੀ ਸਾਰਾ ਸ਼ਹਿਰ ਸਾਡਾ ਹੀ ਆ, ਮਤਲਬ ਜੋ ਮਰਜ਼ੀ ਖਰੀਦ ਲਈਏ। ਅਤੇ ਫਿਰ ਇੱਕ ਨੇ ਕਿਹਾ ਕਿ ਚਲੋ ਆਪਾਂ ਮਠਿਆਈ ਖਾਂਦੇ ਹਾਂ, 10 ਰੁਪਏ ਲੱਭੇ ਸਾਨੂੰ, ਹੈ ਨਾ, ਆਪਾਂ ਚੀਜ਼ੀ ਖਾਂਦੇ ਹਾਂ। ਅਤੇ ਕਿਸੇ ਨੇ ਕਿਹਾ ਨਾ ਭਾਈ ਮਠਿਆਈ ਖਾ ਕੇ ਬਿਮਾਰ ਹੋ ਜਾਈਦਾ, ਹੈ ਨਾ, ਕਿਸੇ ਨੂੰ ਗੱਲ ਯਾਦ ਆ ਗਈ ਸੀ। ਕਿਸੇ ਨੇ ਕਹਿਤਾ ਚੰਗਾ ਖਿਡੌਣਾ ਲਈਏ, ਇੱਕ ਨੇ ਕਿਹਾ, ਹੈ ਨਾ। ਅਤੇ ਉਸ ਤੋਂ ਬਾਅਦ ਉਹ ਦੁਕਾਨ 'ਚ ਗਏ, ਲੱਕੜੀ ਦੇ ਸ਼ੋਕੇਸ 'ਚ ਬੰਗਾ ਬਾਹਰ ਹੀ ਰੱਖੀਆਂ ਹੋਈਆਂ ਸੀ। ਸ਼ੋਕੇਸ ਕੀ ਹੁੰਦਾ ਆ ਬੇਟਾ? ਜਿਹਦੇ ਵਿੱਚ ਚੀਜ਼ਾਂ ਅਸੀਂ ਡਿਸਪਲੇ ਕਰਦੇ ਹਾਂ ਨਾ, ਸ਼ੋਅ ਦਾ ਦਿਖਾਵਾ ਜਿਹੜਾ ਹੈਗਾ ਉਹ 'ਚ ਰੱਖੀਆਂ ਸੀ। ਵੱਡੀ ਕੁੜੀ ਨੂੰ ਚੇਤੇ ਆਇਆ ਕਿ ਅਸੀਂ ਸਾਰਿਆਂ ਨੇ ਬੰਗਾ ਚੜਾਈਆਂ ਸੀ, ਸਾਡੀ ਮੰਮੀ ਨੇ ਨਹੀਂ ਚੜਾਈਆਂ। ਆ ਸਾਡੇ ਕੋਲ ਇੰਨੇ ਪੈਸੇ ਆ, ਅਸੀਂ ਕੀ ਕਰੀਏ? ਉਹਦੀਆਂ ਬੰਗਾ ਲੈਂਦੇ ਹਾਂ। ਕਿਹਦੇ ਲਈ? ਮੰਮੀ ਲਈ, ਹੈ ਨਾ। ਉਹਨੇ ਕਿਹਾ ਭਾਈ ਸਾਨੂੰ ਮੰਮੀ ਦੇ ਮੇਚ ਦੀਆਂ ਬੰਗਾ ਦੇ ਦੇ। ਵੱਡੀ ਕੁੜੀ ਨੇ ਨੋਟ ਅੱਗੇ ਕੀਤਾ, ਉਹ ਕਹਿੰਦਾ ਕਿਹੜੀਆਂ ਲੈਣੀਆਂ? ਉਹਨੇ ਇੱਕ ਨਮੂਨੇ 'ਤੇ ਹੱਥ ਲਾ ਦਿੱਤਾ, ਮਤਲਬ ਦੱਸ ਦਿੱਤਾ ਕਿ ਆਹ ਦੇ ਦੇ। ਕਹਿੰਦਾ 12। ਉਹ ਕਹਿੰਦੀ ਕਿੰਨੀਆਂ ਲੈਣੀਆਂ? ਉਹ ਕਹਿੰਦੀਆਂ 12, ਮਤਲਬ ਦਰਜਨ ਲੈਣੀਆਂ। ਬੇਟਾ ਅਗਲੇ ਪੇਜ 'ਤੇ ਦੇਖੋ ਲਿਖਿਆ ਹੈ ਭਾਈ ਨੇ 12 ਬੰਗਾ ਪਾ ਦਿੱਤੀਆਂ। ਅਤੇ ਨਾਲ ਹੀ ਉਹਨਾਂ ਨੇ ਕਹਿ ਦਿੱਤਾ ਜੇ ਪੂਰੀਆਂ ਨਹੀਂ ਆਈਆਂ ਤਾਂ ਅਸੀਂ ਬਦਲਾ ਲੈਣੀਆਂ। ਉਹ ਕਹਿੰਦਾ ਅੱਛਾ ਹੋਰ ਕੀ ਦੇਵਾਂ? ਅਤੇ ਬੱਚਿਆਂ ਕੋਲ ਕਿੰਨੇ ਦਾ ਨੋਟ ਸੀ? 10 ਦਾ। ਸਾਹਮਣੇ ਤੇਲ ਦੀ ਬੋਤਲ ਪਈ ਸੀ। ਕਿੱਦਾਂ ਦੀ? ਮੰਮੀ ਦੇ ਸ਼ਿੰਗਾਰ ਮੇਜ਼। ਸ਼ਿੰਗਾਰ ਮੇਜ਼ ਜਿਹਨੂੰ ਇੰਗਲਿਸ਼ ਡਰੈਸਿੰਗ ਟੇਬਲ ਜਿੱਥੇ ਮੰਮੀ ਤਿਆਰ ਹੁੰਦੇ ਆ, ਉਹਨੂੰ ਨਾ ਉੱਦਾਂ ਦੀ ਬੋਤਲ ਯਾਦ ਆਈ ਕਿ ਜਿਹਦੇ ਵਿੱਚ ਮੰਮੀ ਨੇ ਸਰੋਂ ਦਾ ਤੇਲ ਪਾਇਆ ਹੋਇਆ ਸੀ, ਕਿ ਮੰਮੀ ਆਪਣਾ ਤਾਂ ਕੁਛ ਵੀ ਨਹੀਂ ਦੇਖਦੀ, ਮੰਮੀ ਸਾਨੂੰ ਦੇਖਦੀ ਰਹਿੰਦੀ ਹੈ। ਉਹਨੇ ਤੇਲ ਦੀ ਬੋਤਲ ਲੈ ਲਈ, ਉਹ ਲਿਫਾਫੇ 'ਚ ਲੈ ਲਈ। ਉਹ ਪਾਊਡਰ ਵੀ ਦੇ ਦੇ, ਪਾਊਡਰ ਵੀ ਲੈ ਲਿਆ। ਹੋਰ ਥੋੜ੍ਹੇ ਜਿਹੇ ਪੈਸੇ ਬਚੇ, ਕਹਿੰਦੇ ਨਹੀਂ ਹੋਰ ਨਹੀਂ ਕੁਛ ਲੈਣਾ, ਹੈ ਨਾ। ਇਹ ਸਾਰਾ ਕੁਝ ਬੰਨ੍ਹ ਕੇ ਬਾਕੀ ਪੈਸੇ ਦੇ ਦੇ। ਸੁਗਾਤਾਂ ਦੀ ਇਹ ਪੋਟਲੀ ਜਦੋਂ ਘਰ ਤੁਰੇ ਤਾਂ ਛੋਟੀ ਕੁੜੀ ਕਹਿੰਦੀ ਅੱਜ ਅਸੀਂ ਮੰਮੀ ਨੂੰ ਖੁਸ਼ ਕਰ ਦੇਣਾ ਹੈ। ਬੇਟਾ ਇਸ ਪਾਠ ਦੇ ਵਿੱਚ ਕੀ ਸਮਝ ਆਇਆ ਕਿ ਹੁਣ ਮੈਂ ਸੌਖਾ ਕਰਕੇ ਦੱਸਦੀ ਹਾਂ ਥੋੜ੍ਹਾ ਜਿਹਾ, ਕਿ ਗੀਤਾ ਹੈ, ਗੀਤਾ ਦੇ ਬੱਚੇ ਜ਼ਿਆਦਾ ਹੈ, ਘਰ 'ਚ ਗਰੀਬੀ ਹੈ, ਉਹਨਾਂ ਦੇ ਕੋਲ ਗਰਮੀਆਂ ਦੇ ਵਿੱਚ ਗਰਮੀਆਂ ਦੇ ਕੱਪੜੇ ਹੈ ਨਹੀਂ, ਸਰਦੀਆਂ 'ਚ ਸਰਦੀਆਂ ਦੇ ਕੱਪੜੇ ਹੈ ਨਹੀਂ। ਉਸ ਤੋਂ ਬਾਅਦ ਕੀ ਹੁੰਦਾ ਹੈਗਾ ਕਿ ਬੱਚੇ ਖੇਡਦੇ ਰਹਿੰਦੇ ਆ, ਅਤੇ ਖੇਡਦੇ ਖੇਡਦੇ ਉਹਨਾਂ ਨੂੰ ਉਹ ਕਿਹੜੀ ਖੇਡ ਖੇਡਦੇ ਸੀਗੇ ਕਿ ਉਹਨੇ ਮੰਮੀ ਬਣਨਾ ਸੀ। ਮੰਮੀ ਦਾ ਟਰੰਕ ਖੋਲ੍ਹਿਆ, ਵਿੱਚ ਮੰਮੀ ਦੀ ਕਮੀਜ਼ ਲੱਭੀ ਅਤੇ ਨਾਲ ਚਾਬੀਆਂ ਲੱਭੀਆਂ। ਫਿਰ ਉਹਨੂੰ 10 ਰੁਪਏ ਦਾ ਨੋਟ ਲੱਭਾ। ਉਹ ਕਹਿੰਦੇ ਕਿ ਅਸੀਂ ਚਲੋ 10 ਰੁਪਏ ਦੀ ਮਠਿਆਈ ਖਾਂਦੇ ਹਾਂ। ਇੱਕ ਕਹਿੰਦਾ ਨਹੀਂ ਮਠਿਆਈ ਖਾ ਕੇ ਬਿਮਾਰ ਹੋ ਜਾਣਾ। ਫਿਰ ਕਹਿੰਦਾ ਖਿਡੌਣਾ ਲੈਂਦੇ ਹਾਂ। ਉਹ ਬਾਜ਼ਾਰ ਚਲੇ ਗਏ ਅਤੇ ਉੱਥੇ ਜਾ ਕੇ ਕੀ ਹੋਇਆ ਕਿ ਉਹਨਾਂ ਨੂੰ ਲੱਗਾ ਕਿ ਉਹਨਾਂ ਨੂੰ ਸਾਹਮਣੇ ਚੂੜੀਆਂ ਦਿਖੀਆਂ। ਕਿਉਂ? ਕਿਉਂਕਿ ਚੂੜੀਆਂ ਜਿਹੜੀਆਂ ਸੀ ਉਹਦੀ ਮੰਮੀ ਨੇ ਇੱਕ ਵਾਰੀ ਚੂੜੀਆਂ ਵਾਲਾ ਗਲੀ 'ਚ ਹੀ ਆਇਆ ਸੀ, ਉਹਦੀ ਮੰਮੀ ਨੇ ਚੂੜੀਆਂ ਨਹੀਂ ਚੜਾਈਆਂ ਸੀ ਕਿਉਂਕਿ ਪੈਸੇ ਤਿੰਨੋਂ ਕੁੜੀਆਂ ਦੇ ਜ਼ਿਆਦਾ ਬਣ ਗਏ। ਉਹਨਾਂ ਨੇ ਸੋਚਿਆ ਕਿ ਮੰਮੀ ਲਈ ਚੂੜੀਆਂ ਲੈ ਲੈਂਦੇ, ਉਹਨਾਂ ਨੇ 12 ਚੂੜੀਆਂ ਲੈ ਲਈਆਂ। ਫਿਰ ਕਹਿੰਦੇ ਹੋਰ ਕੀ ਲੈਣਾ? ਫਿਰ ਕਹਿੰਦੇ ਮੰਮੀ ਦੀ ਇੱਕ ਤੇਲ ਦੀ ਬੋਤਲ ਹੈ ਜਿਹੜੀ ਕਿ ਖਰਾਬ ਹੋ ਗਈ ਆ, ਅਸੀਂ ਇੱਦਾਂ ਕਰਦੇ ਹਾਂ ਮੰਮੀ ਲਈ ਤੇਲ ਦੀ ਬੋਤਲ ਲੈ ਲੈਂਦੇ ਹਾਂ। ਤੇਲ ਦੀ ਬੋਤਲ ਲੈ ਲਈ। ਉਸ ਤੋਂ ਬਾਅਦ ਫਿਰ ਉਹਨਾਂ ਨੇ ਕੀ ਕੀਤਾ, ਇੱਕ ਪਾਊਡਰ ਦਾ ਡੱਬਾ ਵੀ ਲੈ ਲਿਆ। ਅਤੇ ਉਸ ਤੋਂ ਬਾਅਦ ਜਦੋਂ ਲੈ ਕੇ ਘਰ ਨੂੰ ਤੁਰ ਪਏ, ਬਾਕੀ ਪੈਸੇ ਵਾਪਸ ਲੈ ਲਏ ਬੇਟਾ, ਉਹਨਾਂ ਨੇ ਖਰਚੇ ਨਹੀਂ। ਉਸ ਤੋਂ ਬਾਅਦ ਜਦੋਂ ਲੈ ਕੇ ਉਹ ਤੁਰੇ ਤਾਂ ਫਿਰ ਛੋਟੀ ਕੁੜੀ ਕਹਿੰਦੀ ਅੱਜ ਅਸੀਂ ਮੰਮੀ ਨੂੰ ਖੁਸ਼ ਕਰ ਦੇਣਾ ਹੈ। ਤਾਂ ਬੇਟਾ ਆਪਣੇ ਆਪ ਹੋਇਆ ਨਾ ਦਾਤੇ। ਦਾਤੇ ਕੀ ਹੁੰਦੇ? ਜਿਨ੍ਹਾਂ ਦਾ ਦਿਲ ਵੱਡਾ ਹੁੰਦਾ, ਲੋਕਾਂ ਨੂੰ ਦਾਨ ਕਰਦੇ ਆ, ਆਪਣੇ ਲਈ ਨਹੀਂ ਦਿੰਦੇ, ਉਹ ਦੂਜਿਆਂ ਦੀ ਖੁਸ਼ੀ ਲਈ ਕੰਮ ਕਰਦੇ। ਇਸ ਲਈ ਛੋਟੇ ਬੱਚਿਆਂ ਨੂੰ ਦਾਤੇ ਕਿਹਾ ਗਿਆ ਹੈ। ਪ੍ਰਸ਼ਨ ਹੈ ਗੀਤਾ ਦੇ ਘਰ ਦੀ ਹਾਲਤ ਕਿੰਨੀ ਖਰਾਬ ਕਿਉਂ ਸੀ? ਸੁਣ ਕੇ ਲਿਖਿਓ ਗੀਤਾ ਦੇ ਘਰ ਦੀ, ਕਿਉਂਕਿ ਬੱਚੇ ਜ਼ਿਆਦਾ ਹੋਣ ਕਾਰਨ। ਠੀਕ ਹੈ, ਪੂਰਾ ਲਾਈਨ ਲਿਖ ਦਿਓ, ਬੱਚੇ ਜ਼ਿਆਦਾ ਹੋਣ ਕਾਰਨ ਗੀਤਾ ਦੇ ਘਰ ਦੀ ਹਾਲਤ ਖਰਾਬ ਸੀ। ਗੀਤਾ ਦੇ ਪਰਿਵਾਰ ਗਰਮੀਆਂ 'ਚ ਸਰਦੀਆਂ ਨੂੰ ਅਤੇ ਸਰਦੀਆਂ 'ਚ ਗਰਮੀਆਂ ਨੂੰ ਕਿਉਂ ਉਡੀਕਦਾ ਸੀ? ਮੈਂ ਦੱਸਿਆ ਹੀ ਹੈ ਕਿ ਸਰਦੀਆਂ 'ਚ ਉਹਨਾਂ ਕੋਲ ਸਰਦੀਆਂ ਦੇ ਕੱਪੜੇ ਨਹੀਂ ਸੀ ਅਤੇ ਗਰਮੀਆਂ 'ਚ ਗਰਮੀਆਂ ਦੇ ਕੱਪੜੇ ਨਹੀਂ ਸੀ। ਗੀਤਾ ਨੂੰ ਆਪ ਚੂੜੀਆਂ ਚੜਾਉਣ ਦਾ ਹੌਸਲਾ ਕਿਉਂ ਨਹੀਂ ਪਿਆ? ਕਿਉਂਕਿ 3 ਕੁੜੀਆਂ ਦੇ ਪੈਸੇ ਹੀ ਜ਼ਿਆਦਾ ਬਣ ਗਏ ਸੀ। ਬੱਚੇ ਆਪਣੀ ਮਾਤਾ ਲਈ ਚੂੜੀਆਂ, ਤੇਲ ਦੀ ਬੋਤਲ ਅਤੇ ਪਾਊਡਰ ਕਿਉਂ ਲੈ ਕੇ ਆਏ? ਉਹ ਮੈਂ ਦੱਸਿਆ ਹੀ ਆ, ਕਿਉਂਕਿ ਉਸ ਦਿਨ ਵੀ ਉਹਦੀ ਮੰਮੀ ਨੇ ਆਪ ਚੂੜੀਆਂ ਨਹੀਂ ਚੜਾਈਆਂ ਸੀ, ਆਪਣੇ ਬੱਚਿਆਂ ਨੂੰ ਚੜਾ ਕੇ ਦਿੱਤੀਆਂ ਸੀ। ਅਤੇ ਉਹਨਾਂ ਨੂੰ ਪਤਾ ਸੀ ਕਿ ਸਾਡੀ ਮੰਮੀ ਆਪਣਾ ਫਿਕਰ ਨਹੀਂ ਕਰਦੀ। ਇਹਦਾ ਕੁਐਸਚਨ ਦਾ ਆਨਸਰ ਲਿਖਣਾ, ਕਿਉਂਕਿ ਮੰਮੀ ਨੇ ਆਪਣੀਆਂ ਕੁੜੀਆਂ ਨੂੰ ਚੂੜੀਆਂ ਚੜਾ ਦਿੱਤੀਆਂ ਸੀ ਅਤੇ ਮੰਮੀ ਨੇ ਆਪ ਨਹੀਂ ਸੀ ਚੜਾਈਆਂ। ਅਤੇ ਬੱਚੇ ਚਾਹੁੰਦੇ ਸੀ ਕਿ ਉਹਨਾਂ ਦੀ ਮੰਮੀ ਵੀ ਸੋਹਣੀ ਤਿਆਰ ਹੋ ਕੇ ਰਹੇ। ਠੀਕ ਹੈ, ਦਾਤੇ ਕਿਸ ਨੂੰ ਕਿਹਾ ਗਿਆ ਹੈ? ਬੱਚਿਆਂ ਨੂੰ। ਕਿਉਂ? ਕਿਉਂਕਿ ਉਹਨਾਂ ਨੇ ਛੋਟੇ ਹੁੰਦਿਆਂ ਹੀ ਵੱਡਾ ਕੰਮ ਕੀਤਾ ਸੀ, ਯਾਨੀ ਕਿ ਆਪਣੀ ਮੰਮੀ ਨੂੰ ਉਹਨਾਂ ਨੇ ਉਹ ਚੀਜ਼ਾਂ ਲੈ ਕੇ ਦਿੱਤੀਆਂ ਸੀ ਜਿਹੜੀਆਂ ਮੰਮੀ ਆਪਣੇ ਲਈ ਨਹੀਂ ਲੈਂਦੀ ਸੀ। ਠੀਕ ਹੈ, ਸੋ ਉਸ ਤੋਂ ਇਲਾਵਾ ਦਾਤੇ ਜਿਹੜਾ ਉਹਨਾਂ ਨੂੰ ਇਸ ਲਈ ਕਿਹਾ ਗਿਆ ਹੈ ਕਿ ਉਹਨਾਂ ਨੇ ਆਪਣੇ ਖਿਡੌਣੇ ਨਾ ਲੈ ਕੇ ਆਪਣੀ ਮੰਮੀ ਲਈ ਜਿਹੜਾ ਹੈ ਸਮਾਨ ਲਿਆ। ਠੀਕ ਹੈ, ਉਹ ਮੰਮੀ ਦੇ ਚੰਗੇ ਬੱਚੇ ਸਨ। ਇਸ ਗਰੀਬ ਘਰ 'ਚ ਉਹਨਾਂ ਦੀ ਵੱਖਰੀ ਹੀ ਦੁਨੀਆ ਸੀ। ਬੇਟਾ ਮੈਂ ਲਿਖ ਦਿੱਤਾ ਤੂੰ ਮੰਮੀ ਦੀ ਕਮੀਜ਼ ਪਾ ਲੈ। ਨੈਕਸਟ ਪੇਜ ਦੇ ਉੱਤੇ ਦਿੱਤਾ ਹੋਇਆ 10 ਦਾ ਨੋਟ ਹੋਣ ਕਰਕੇ ਨਾ ਭਾਈ ਮਠਿਆਈ ਖਾ ਕੇ
ਅੱਜ ਅਸੀਂ ਮੰਮੀ ਨੂੰ ਖੁਸ਼ ਕਰ ਦੇਣਾ ਹੈ। ਸੋ ਬੇਟਾ ਵਾਕ ਹੈ, ਵਾਕ ਖੂਬਸੂਰਤ, ਖੂਬਸੂਰਤ ਹੁੰਦਾ ਸੁੰਦਰ। ਇਹ ਫੁੱਲ ਬਹੁਤ ਖੂਬਸੂਰਤ ਹੈ। ਛੋਟਾ ਜਿਹਾ ਬਣਾ ਲਓ, ਆਪਣਾ ਵੀ ਬਣਾ ਸਕਦੇ ਹੋ। ਭੁਲੇਖਾ, ਭੁਲੇਖਾ ਕੀ ਹੈ ਕਿ ਮੈਨੂੰ ਜਿਹੜਾ ਹੈ ਭੁਲੇਖਾ ਹੈ ਕਿ ਇਹ ਮੇਰਾ ਇਹ ਮੇਰੀ ਚੀਜ਼ ਸਹੀ ਹੈ ਜਾਂ ਮੇਰਾ ਇਹ ਪ੍ਰਸ਼ਨ ਸਹੀ ਹੈ, ਮੈਨੂੰ ਭੁਲੇਖਾ ਹੈ। ਜਾਂ ਸਾਨੂੰ ਕਿਸੇ ਨੂੰ ਭੁਲੇਖੇ ਵਿੱਚ ਨਹੀਂ ਪਾਉਣਾ ਚਾਹੀਦਾ। ਪਸੰਦ, ਮੈਨੂੰ ਮਿਠਾਈ ਬਹੁਤ ਪਸੰਦ ਹੈ ਜਾਂ ਮੈਨੂੰ ਜੋ ਵੀ ਖਾਣ ਵਾਲੀ ਚੀਜ਼ ਹੈ ਉਹ ਬਹੁਤ ਪਸੰਦ ਹੈ। ਹੌਸਲਾ, ਸਾਨੂੰ ਹੌਸਲਾ ਰੱਖਣਾ ਚਾਹੀਦਾ ਜਾਂ ਹੌਸਲੇ ਨਾਲ ਸਾਰੇ ਕੰਮ ਕੀਤੇ ਜਾ ਸਕਦੇ। ਸ਼ਲਾਘਾ, ਸ਼ਲਾਘਾ ਹੁੰਦੀ ਵਡਿਆਈ, ਕਿ ਜਿਹੜੇ ਬੱਚੇ ਚੰਗੇ ਕੰਮ ਕਰਦੇ ਆ ਉਹਨਾਂ ਦੀ ਸਾਰੇ ਸ਼ਲਾਘਾ ਕਰਦੇ ਹਨ। ਸੁਗਾਤ, ਠੀਕ ਹੈ, ਬੱਚੇ ਆਪਣੀ ਮਾਂ ਨੂੰ ਸੁਗਾਤ ਦੇਣਾ ਚਾਹੁੰਦੇ ਸੀ। ਸੁਗਾਤ ਹੁੰਦਾ ਤੋਹਫਾ, ਠੀਕ ਹੈ। ਜਾਂ ਮੇਰੇ ਮਾਮਾ ਜੀ ਮੇਰੇ ਲਈ ਸੁਗਾਤ ਲੈ ਕੇ ਆਏ। ਪੋਟਲੀ, ਇਸ ਪੋਟਲੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਹਨ। ਨਮੂਨਾ, ਬੰਗਾ ਦਾ ਨਮੂਨਾ ਬਹੁਤ ਸੁੰਦਰ ਸੀ। ਬੇਟਾ ਸਹੀ ਗਲਤ ਦੀ ਚੋਣ ਕਰੋ। ਗੀਤਾ ਦੇ ਘਰ ਦੀ ਹਾਲਤ ਚੰਗੀ ਸੀ। ਕੀ ਹੋ ਗਿਆ, ਸਹੀ ਹੋ ਗਿਆ, ਗਲਤ ਹੋਏਗਾ? ਯੈਸ, ਗਲਤ ਹੋਏਗਾ। ਗੀਤਾ ਦੇ ਪਰਿਵਾਰ ਕੋ ਗਰਮੀਆਂ ਤੇ ਸਰਦੀਆਂ ਲਈ ਕਾਫੀ ਕੱਪੜੇ ਸਨ। ਗਲਤ। 3 ਕੁੜੀਆਂ ਦੀਆਂ ਚੂੜੀਆਂ ਦੇ 1 ਰੁਪਏ 65 ਪੈਸੇ ਬਣ ਗਏ ਸੀ। ਸਹੀ, ਠੀਕ ਹੈ। ਇਸ ਤੋਂ ਬਾਅਦ ਹੈ ਵਿਆਕਰਨ। ਵਿਆਕਰਨ ਦੇ ਵਿੱਚ ਬੇਟਾ ਉਹ ਆਪਾਂ ਵੱਖਰੇ ਤੌਰ 'ਤੇ ਕਰਾਂਗੇ, ਵੈਸੇ ਦੱਸ ਦਿੰਦੀ ਹਾਂ। ਕਿਰਿਆ ਕੀ ਹੁੰਦੀ ਹੈ? ਜਿਸ ਵਿੱਚ ਕਿਸੇ ਕੰਮ ਦੇ ਹੋਣ 'ਤੇ ਕਰਨ ਦਾ ਪਤਾ ਲੱਗੇ। ਕੋਈ ਕੰਮ ਹੋਇਆ, ਉਹ ਕਿਰਿਆ। ਮਤਲਬ ਮੈਂ ਰੋਟੀ ਖਾਧੀ, ਖਾਣਾ ਕੀ ਇੱਕ ਕੰਮ ਹੋਇਆ। ਮੈਂ ਖੇਡਿਆ, ਖੇਡਿਆ ਕੀ ਕੰਮ ਹੈ। ਜਾਂ ਬੱਚੇ ਖੇਡ ਰਹੇ ਹਨ, ਖੇਡਣਾ ਕੀ ਹੈ? ਕੰਮ ਹੈ, ਠੀਕ ਹੈ। ਇੱਥੇ ਉਹਨਾਂ ਨੇ ਲਿਖਿਆ, ਦੇਖੋ ਦਿੱਤਾ ਹੈ, ਗਿਆ, ਆਇਆ, ਪੜ੍ਹੇਗਾ, ਮਤਲਬ ਕੋਈ ਕੰਮ ਹੁੰਦਾ ਪਿਆ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਉਸ ਨੇ ਬੋਤਲ ਵਿੱਚ ਸਰੋਂ ਦਾ ਤੇਲ ਪਾ ਲਿਆ। ਇਹ 'ਚ ਲਕੀਰੇ ਸ਼ਬਦ, ਪਾ ਲਿਆ, ਪਾ ਲਿਆ, ਲਿਆ ਮਤਲਬ ਕਿ ਕੋਈ ਕੰਮ ਹੋਇਆ ਨਾ, ਪਾ ਲਿਆ ਉਹਨਾਂ ਨੇ। ਉਸ ਤੋਂ ਬਾਅਦ ਸਰਦੀਆਂ 'ਚ ਗਰਮੀਆਂ ਨੂੰ ਉਡੀਕਦੇ, ਉਡੀਕਣਾ ਕੀ ਆ? ਵਰਬ ਹੈ ਨਾ, ਕਿਰਿਆ। ਪਾਉਣੇ ਪੈਣਗੇ, ਕਿਰਿਆ। ਉਸ ਤੋਂ ਬਾਅਦ ਦੁੱਧ ਲੈਂਦੇ, ਲੈ ਲੈਂਦੇ, ਕਿਰਿਆ ਹੈ। ਪੀਂਦਾ ਕੋਈ ਨਾ, ਪੀਂਦਾ ਕੰਮ ਹੋਇਆ ਨਾ। ਇਸ ਤਰ੍ਹਾਂ ਚੜਾਉਣਾ, ਚੜਾਉਣ ਕੀ ਆ? ਪਿਆ। ਖੇਡ ਰਹੇ, ਖਿਡਾਉਣ, ਕਿਹਾ, ਚੱਲੀਏ, ਚੜ੍ਹਿਆ। ਇਹ ਸਾਰੇ ਕਿਰਿਆ ਨੇ, ਇਹਨੂੰ ਧਿਆਨ ਨਾਲ ਪੜ੍ਹਿਓ। ਕਿਰਿਆ ਮਤਲਬ ਜਦੋਂ ਕਿਸੇ ਕੰਮ ਨੂੰ ਅਸੀਂ ਕਹਿੰਦੇ ਕਿ ਕੰਮ ਹੋ ਰਿਹਾ ਜਾਂ ਕੰਮ ਹੋਇਆ ਹੈ, ਉਹਨੂੰ ਅਸੀਂ ਕਿਰਿਆ ਕਹਿ ਦਿੰਦੇ ਹਾਂ। ਸੋ ਬੇਟਾ ਇਹ ਤਾਂ ਸੀ ਤੁਹਾਡਾ ਦਾਤੇ ਪਾਠ। ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਗਿਆ ਹੋਵੇਗਾ। ਅਗਰ ਨਹੀਂ ਸਮਝ ਆਇਆ ਤਾਂ ਤੁਸੀਂ ਪੁੱਛ ਸਕਦੇ ਹੋ। ਗੁੱਡ ਲੱਕ।